हाँ जी स्टूडेंट्स, गुड मॉर्निंग। अपन जो नैक्सट चैप्टर नंबर 14 स्टार्ट कर रहे हैं, दैट इज़ द सैंपलिंग थ्योरी। सैंपलिंग थ्योरी ਦੇ ਵਿੱਚ ਕੀ ਹੈ, ਆਪਾਂ ਵਰਡ ਯੂਜ਼ ਕਰਾਂਗੇ दैट इज़ सैंपल। सैंपल ਜਿਹੜਾ ਵਰਡ ਹੈ ਉਹ ਆਪਾਂ ਨੂੰ ਸਭ ਨੂੰ ਪਤਾ ਹੈ ਸੈਂਪਲ ਦਾ ਮਤਲਬ ਕੀ ਹੁੰਦਾ ਹੈ ਕਿ ਜਦੋਂ ਆਪਾਂ ਕਿਸੇ ਚੀਜ਼ ਨੂੰ ਚੈੱਕ ਕਰਦੇ ਹਾਂ, ਹੈ ਨਾ, ਜਦੋਂ ਚੈੱਕ ਕਰਦੇ ਹਾਂ ਤਾਂ ਆਪਾਂ ਪੂਰੀ ਦੀ ਪੂਰੀ ਜਿਹੜੀ ਚੀਜ਼ ਹੈ, ਜਿਵੇਂ ਕਿ ਆਪਾਂ ਕਹੀਏ ਬੋਰੀਆਂ ਦੇ ਗੱਟੇ ਜਾਂ ਕਣਕ ਦੇ ਗੱਟੇ ਹੁੰਦੇ ਹੈ, ਜਾਂ ਜਿਵੇਂ ਚਾਵਲਾਂ ਦੇ ਗੱਟੇ ਹੈ ਨਾ, ਆਪਾਂ ਨੇ ਚੈੱਕ ਕਰਨੀ ਹੈ, ਕੁਆਲਿਟੀ ਚੈੱਕ ਕਰਨੀ ਹੈ ਕਿ ਚਾਵਲ ਕਿਸ ਤਰ੍ਹਾਂ ਦੇ ਹੈ ਜਾਂ ਕਣਕ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਹੈ। ਆਪਾਂ ਸਾਰੀ ਦੀ ਸਾਰੀ ਕਣਕ ਨੂੰ ਚੈੱਕ ਨਹੀਂ ਕਰ ਸਕਦੇ, ਹੈ ਨਾ, ਇਕੱਲਾ ਇਕੱਲਾ ਦਾਣਾ ਚੈੱਕ ਕਰਨਾ ਮੁਸ਼ਕਿਲ ਹੈ। ਉਹਦੇ ਵਾਸਤੇ ਆਪਾਂ ਕੀ ਕਰਦੇ, ਉਹਦੇ ਵਿੱਚ ਥੋੜ੍ਹਾ ਜਿਹਾ ਸੈਂਪਲ, ਇੱਕ ਮੁੱਠੀ ਸੈਂਪਲ ਲੈਂਦੇ ਹਾਂ, ਉਹਨੂੰ ਚੈੱਕ ਕਰਦੇ ਹਾਂ ਕਿ ਇਹ ਸਹੀ ਹੈ, ਤਾਂ ਆਪਾਂ ਕਹਿੰਦੇ ਹਾਂ ਕਿ ਸਾਰੀ ਦੀ ਸਾਰੀ ਜਿਹੜੀ ਢੇਰੀ ਹੈ ਜਾਂ ਗੱਟਾ ਹੈ ਉਹ ਕੀ ਹੈ, ਸਹੀ ਹੈਗੇ। ਠੀਕ ਹੈ, ਜੇ ਨਹੀਂ ਵਧੀਆ ਹੈਗੇ ਤਾਂ ਆਪਾਂ ਉਹਨੂੰ ਸਾਰੀ ਦੀ ਸਾਰੀ ਢੇਰੀ ਦੇ ਉੱਤੇ, ਗੱਟਿਆਂ ਦੇ ਉੱਤੇ ਅਪਲਾਈ ਕਰ ਦਿੰਦੇ ਹਾਂ ਕਿ ਜੇ ਸੈਂਪਲ ਸਹੀ ਨਹੀਂ ਹੈਗਾ ਗਾ ਤਾਂ ਸਾਰੀ ਦੀ ਸਾਰੀ ਜਿਹੜੀ ਉਹ ਗੱਟਾ ਹੈਗਾ ਉਹ ਸਹੀ ਨਹੀਂ ਹੈਗਾ ਗਾ। ਤਾਂ ਕਲੀਅਰ। ਇਸ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਸੈਂਪਲ ਵਰਡ ਜਿਹੜਾ ਉਹਨੂੰ ਨੋਰਮਲ ਲਾਈਫ ਦੇ ਵਿੱਚ ਯੂਜ਼ ਕਰਦੇ ਹੈਗੇ। ਕੋਈ ਵੀ ਚੀਜ਼ ਹੈ, ਜਿਵੇਂ ਆਪਾਂ ਘਰੇ ਆਪਾਂ ਮਸਾਲੇ ਚੈੱਕ ਕਰਦੇ ਹਾਂ ਜਾਂ ਸਾਰੀ ਦੀ ਸਾਰੀ ਸਬਜ਼ੀ ਆਪਾਂ ਨੇ ਚੈੱਕ ਕਰਨੀ ਹੈਗੀ, ਹੈ ਨਾ, ਕਿ ਸਬਜ਼ੀ 'ਚ ਨਮਕ ਮਿਰਚ ਠੀਕ ਹੈ ਜਾਂ ਨਹੀਂ। ਆਪਾਂ ਸਾਰੀ ਦੀ ਸਾਰੀ ਸਬਜ਼ੀ ਥੋੜ੍ਹੀ ਖਾ ਕੇ ਦੇਖਦੇ ਹਾਂ, ਉਹਦੇ ਵਿੱਚੋਂ ਕਰਛੀ ਜਾਂ ਚਮਚ ਆਪਾਂ ਕੀ ਕਰਦੇ ਹਾਂ, ਸਬਜ਼ੀ ਜਿਹੜੀ ਹੈਗੀ ਚੱਕ ਕੇ ਦੇਖਦੇ, ਜਿਸ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਜਿਸ ਚਮਚ ਉਸ ਉੱਥੇ ਜੇ ਸਬਜ਼ੀ ਸਹੀ ਹੈਗੀ, ਠੀਕ ਹੈ, ਤਾਂ ਮੀਨਜ਼ ਉਸ ਛੋਟੇ ਜਿਹੇ ਸੈਂਪਲ ਦੇ ਵਿੱਚ ਜੇ ਸਹੀ ਹੈਗੀ ਤਾਂ ਪੂਰੀ ਦੀ ਪੂਰੀ ਜਿਹੜੀ ਸਬਜ਼ੀ ਹੈ, ਦਾਲ ਸਬਜ਼ੀ, ਉਹ ਸਹੀ ਬਣੀ ਹੋਈ ਹੈ ਆਪਣੀ। ਕਲੀਅਰ। ਆਪਾਂ ਇਹ ਰਿਜ਼ਲਟ ਕੀ ਹੈ, ਮੀਨਜ਼ ਆਪਾਂ ਥੋੜ੍ਹੀ ਚੀਜ਼ 'ਤੇ ਚੈੱਕ ਕਰਦੇ ਹਾਂ ਅਤੇ ਪੂਰੀ ਦੀ ਪੂਰੀ ਉਸ ਚੀਜ਼ ਦੇ ਉੱਤੇ ਅਪਲਾਈ ਕਰ ਦਿੰਦੇ ਹਾਂ, ਤਾਂ ਉਸ ਪੂਰੀ ਦੀ ਪੂਰੀ ਚੀਜ਼ ਨੂੰ ਸਟੈਟ ਦੀ ਭਾਸ਼ਾ ਦੇ ਵਿੱਚ ਜਿਹੜਾ ਹੈਗਾ ਆਪਾਂ ਕੀ ਵਰਡ ਯੂਜ਼ ਕਰਦੇ ਹਾਂ, ਦੈਟ ਇਜ਼ ਦਾ ਵਰਡ ਪੋਪੂਲੇਸ਼ਨ। ਠੀਕ ਹੈ, ਪੋਪੂਲੇਸ਼ਨ ਵਰਡ ਜਿਹੜਾ ਹੈਗਾ ਸਟੈਟ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਪੋਪੂਲੇਸ਼ਨ ਦਾ ਮਤਲਬ ਇੱਥੇ ਤੁਸੀਂ ਬੇਟਾ ਉਹ ਨਹੀਂ ਲੈਣਾ ਹੈਗਾ ਗਾ ਕਿ ਪੋਪੂਲੇਸ਼ਨ ਕੀ ਹੈਗੀ, ਜਿਵੇਂ ਆਪਾਂ ਕਹਿ ਦਿੰਦੇ ਹਾਂ ਲੋਕਾਂ ਦੀ ਗਿਣਤੀ, ਹੈ ਨਾ, ਲੋਕਾਂ ਦੀ ਜਿਹੜੀ ਗਿਣਤੀ ਹੁੰਦੀ ਹੈ, ਲੋਕ ਆਪਾਂ ਕਹਿ ਦਿੰਦੇ ਹਾਂ ਪੋਪੂਲੇਸ਼ਨ ਕਿੰਨੀ ਹੈਗੀ। ਇੱਥੇ ਇਹਦਾ ਮਤਲਬ ਪੋਪੂਲੇਸ਼ਨ ਦਾ ਮਤਲਬ ਇਹ ਨਹੀਂ ਹੈਗਾ ਗਾ। ਇੱਥੇ ਪੋਪੂਲੇਸ਼ਨ ਦਾ ਮਤਲਬ ਕੀ ਹੈਗਾ ਸਟੈਟ ਦੇ ਵਿੱਚ ਕਿ ਜੋ ਵੀ ਤੁਹਾਡੇ ਕੋਲੇ ਪੂਰੀ ਦੀ ਪੂਰੀ ਕੁਆਂਟਿਟੀ ਹੈ, ਠੀਕ ਹੈ, ਪੂਰੀ ਦੀ ਪੂਰੀ ਜੋ ਕੁਆਂਟਿਟੀ ਹੈ, ਜਿਵੇਂ ਕਣਕ ਦੀ ਢੇਰੀ ਪਈ ਹੈ ਜਾਂ ਪੂਰਾ ਦਾ ਪੂਰਾ ਕੁੱਕਰ ਸਬਜ਼ੀ ਦਾ ਪਿਆ ਹੈਗਾ ਜਾਂ ਦਾਲ ਦਾ ਪਿਆ ਹੈਗਾ, ਹੈ ਨਾ, ਪੂਰੀ ਦੀ ਪੂਰੀ ਜੋ ਕੁਆਂਟਿਟੀ ਆ ਉਹਨੂੰ ਆਪਾਂ ਪੋਪੂਲੇਸ਼ਨ ਕਹਿੰਦੇ ਆ। ਅਤੇ ਉਹਦੇ ਵਿੱਚੋਂ ਆਪਾਂ ਮੁੱਠੀ ਭਰ ਜੋ ਚੀਜ਼ ਚੈੱਕ ਕਰਦੇ ਹਾਂ ਉਹਨੂੰ ਆਪਾਂ ਕੀ ਕਹਿੰਦੇ ਹੈਗੇ, ਸੈਂਪਲ ਕਹਿੰਦੇ ਆ। ਕਲੀਅਰ ਬੇਟਾ। ਇਸ ਚੀਜ਼ ਨੂੰ ਤੁਸੀਂ ਸਮਝਣਾ ਹੈ ਸਭ ਤੋਂ ਪਹਿਲਾਂ ਕਿ ਪੋਪੂਲੇਸ਼ਨ ਕੀ ਹੁੰਦੀ ਹੈ, ਕਿ ਕੋਈ ਵੀ ਕਿਸੇ ਵੀ ਚੀਜ਼ ਦੇ ਵਿੱਚ, ਠੀਕ ਹੈ, ਪੂਰੀ ਦੀ ਪੂਰੀ ਕੁਆਂਟਿਟੀ, ਕਣਕ ਦੀ ਢੇਰੀ ਹੈ ਜਾਂ ਚਾਵਲਾਂ ਦੀ ਢੇਰੀ ਹੈ ਨਾ, ਕੋਈ ਵੀ ਚੀਜ਼ ਹੈ ਉਹਨੂੰ ਆਪਾਂ ਕੀ ਕਹਿੰਦੇ, ਪੋਪੂਲੇਸ਼ਨ ਕਹਿੰਦੇ। ਓਕੇ, ਦੈਟ ਇਜ਼ ਕੋਲਡ ਦਾ ਪੋਪੂਲੇਸ਼ਨ। ਕਲੀਅਰ। ਅਤੇ ਸੈਂਪਲਿੰਗ ਕੀ ਹੁੰਦਾ ਹੈਗਾ, ਦਾ ਸੈਂਪਲਿੰਗ ਜਿਹੜੀ ਹੁੰਦੀ ਹੈ ਦੈਟ ਇਜ਼ ਦਾ ਸਮੋਲ ਕੁਆਂਟਿਟੀ। ਠੀਕ ਹੈ, ਇਹ ਹਾਊਸ ਵਾਈਫ ਟੈਸਟ ਸਮੋਲ ਕੁਆਂਟਿਟੀ ਆਫ ਰਾਈਸ ਟੂ ਸੀ ਇਫ ਇਟ ਹੈਜ਼ ਬੀਨ ਵੈਲ ਕੁਕਡ ਐਂਡ ਸੋ ਔਨ। ਉਹੀ ਚੀਜ਼ ਹੈਗੀ ਨਾ ਕਿ ਆਪਾਂ ਉਹਦੇ 'ਚ ਥੋੜ੍ਹੇ ਜਿਹੇ ਰਾਈਸ ਹੈ ਜਿਹੜੇ ਉਹ ਚੱਕ ਕੇ ਦੇਖਦੇ ਹਾਂ ਕਿ ਉਹ ਸਹੀ ਬਣ ਗਏ ਜਾਂ ਨਹੀਂ ਬਣੇ ਹੈਗੇ, ਤਾਂ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਸੈਂਪਲ ਕਹਿ ਦਿੰਦੇ ਹਾਂ। ਪੂਰੇ ਦੇ ਪੂਰੇ ਕੜਾਹੀਏ ਦੇ ਵਿੱਚ ਜੋ ਚਾਵਲ ਹੈ ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਪੋਪੂਲੇਸ਼ਨ ਕਹਿ ਦਿੰਦੇ ਹਾਂ। ਤਾਂ ਇਹ ਦੋਨੇ ਚੀਜ਼ਾਂ ਜਿਹੜੀਆਂ ਹੈਗੀਆਂ ਯਾਦ ਰੱਖਣੀਆਂ। ਹੁਣ ਆਪਾਂ ਨੂੰ ਸੈਂਪਲਿੰਗ ਦੀ ਲੋੜ ਕਿਉਂ ਪੈਂਦੀ ਹੈ, ਸੈਂਪਲਿੰਗ ਦੀ ਲੋੜ ਇਸ ਕਰਕੇ ਪੈਂਦੀ ਹੈ, ਦੇਖੋ ਜਿਵੇਂ ਕਿ ਆਪਣਾ ਪੂਰੇ ਦੇ ਪੂਰੀ ਸਬਜ਼ੀ ਹੈ ਜਾਂ ਪੂਰੀ ਦੀ ਪੂਰੀ ਕਣਕ ਨੂੰ ਚੈੱਕ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਨਾ। ਇੰਪੋਰਟੈਂਸ ਆਫ ਥਿਊਰੀ ਆਫ ਸੈਂਪਲਿੰਗ ਲਾਈਜ਼ ਇਨ ਦਾ ਫੈਕਟ ਦੈਟ ਏ ਲਾਰਜ ਪੋਪੂਲੇਸ਼ਨ ਨਾਈਦਰ ਪ੍ਰੈਕਟੀਕਲ ਨॉट ਨੈਸੈਸਰੀ ਟੂ ਕਲੈਕਟ ਡਾਟਾ। ਮੀਨਸ ਪੂਰੀ ਦੀ ਪੂਰੀ ਪੋਪੂਲੇਸ਼ਨ ਨੂੰ ਚੈੱਕ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਹੈ ਨਾ, ਬਹੁਤ ਮੁਸ਼ਕਿਲ ਹੈ ਪੂਰੀ ਦੀ ਪੂਰੀ ਪੋਪੂਲੇਸ਼ਨ ਨੂੰ ਚੈੱਕ ਕਰਨਾ। ਮੀਨਸ ਕਿਸੇ ਵੀ ਚੀਜ਼, ਕਿਸੇ ਵੀ ਟਰਮ ਨਾਲ ਰਿਲੇਟਡ, ਹੈ ਨਾ, ਤਾਂ ਉਸ ਵਾਸਤੇ ਆਪਾਂ ਕੀ ਕਰਦੇ ਹਾਂ, ਉਹਦਾ ਇੱਕ ਛੋਟਾ ਸੈਂਪਲ ਲੈਂਦੇ ਹਾਂ ਅਤੇ ਉਹਨੂੰ ਕੀ ਕਰਦੇ ਹਾਂ, ਆਪਾਂ ਚੈੱਕ ਕਰਦੇ ਹਾਂ। ਕਲੀਅਰ। ਤਾਂ ਓਬਜੈਕਟਿਵਸ ਆਫ ਸੈਂਪਲਿੰਗ ਕੀ ਆ, ਵੇਖੋ, ਏਮ ਆਫ ਦਾ ਥਿਊਰੀ ਆਫ ਸੈਂਪਲਿੰਗ is to get as much information as possible, ज़्यादा तो ज़्यादा इंफॉर्मेशन लेना from the sample about the population।
ਆਪਾਂ ਸੈਂਪਲ ਤੋਂ ज़्यादा इन्फॉर्मेशन इकट्ठी करते हैं तो वो इन्फॉर्मेशन फिर आप किस ते अप्लाई कर देंगे है पूरी की पूरी पॉपूलेशन ते अप्लाई करते हैं फ्रॉम विच इट हैज़ बीन टेकन। ओके, इंस्टैड ऑफ एग्जामिंग द इंटायर ग्रुप, सारे दे सारे ग्रुप नूं जिहड़ा हैगा चैक करन दी बजाय आपां की करदे हां उहदे विच एक वन मे थिंक ऑफ एग्जामिंग ए स्मॉल पार्ट ऑफ इट, आपां उहदा एक छोटा हिस्सा चैक करते हैं तो उन्होंने पूरी पॉपूलेशन से अप्लाई करते हैं। द लॉजिक ऑफ सैंपलिंग थ्योरी इज जस्ट दैट मूव फ्रॉम पर्टिकुलर टू जनरल, ਇਹਦਾ मतलब की है कि ਇਹਦੇ ਵਿੱਚ ਆਪਾਂ ਕਿਹੜਾ ਲੌਜਿਕ ਯੂਜ਼ ਕਰਦੇ ਹਾਂ ਸੈਂਪਲਿੰਗ ਦੇ ਵਿੱਚ, ਪਾਰਟੀਕੂਲਰ ਟੂ ਜਨਰਲ। ਪਾਰਟੀਕੂਲਰ ਮੀਨਸ ਜੋ ਆਪਾਂ ਸੈਂਪਲ ਦੇ ਉੱਤੇ ਅਪਲਾਈ ਕੀਤਾ ਉਹਨੂੰ ਆਪਾਂ ਫਿਰ ਜਨਰਲਾਈਜ਼ ਕਰਦੇ ਹਾਂ, ਪੂਰੀ ਦੀ ਪੂਰੀ ਪੋਪੂਲੇਸ਼ਨ 'ਤੇ ਅਪਲਾਈ ਹੋ ਸਕਦਾ। ਕਲੀਅਰ? ਤਾਂ ਇਹਦੇ ਜਿਹੜੇ ਹੈਗੇ ਆ ਅੱਗੇ ਫਿਰ ਆਪਾਂ ਨੂੰ ਡੈਫੀਨੇਸ਼ਨਸ ਲਿਖੀਆਂ ਹੋਈਆਂ ਪੋਪੂਲੇਸ਼ਨ ਦੀ। ਪੋਪੂਲੇਸ਼ਨ ਕੰਟੇਨਿੰਗ ਫਾਈਨਾਈਟ ਨੰਬਰ ਆਫ ਮੈਂਬਰ, ਪਰ ਪੋਪੂਲੇਸ਼ਨ 'ਚ ਵੀ ਹਮੇਸ਼ਾ ਫਾਈਨਾਈਟ ਨੰਬਰ ਆਫ ਮੈਂਬਰਸ ਹੁੰਦੇ ਆ, ਉਹਨੂੰ ਆਪਾਂ ਫਾਈਨਾਈਟ ਪੋਪੂਲੇਸ਼ਨ ਕਹਿੰਦੇ ਆ। ਜੇ ਬਹੁਤ ਜ਼ਿਆਦਾ ਮੈਂਬਰਸ ਹੈ ਜਿਨ੍ਹਾਂ ਦੀ ਆਪਾਂ ਗਿਣਤੀ ਨਹੀਂ ਕਰ ਸਕਦੇ ਉਹਨੂੰ ਆਪਾਂ ਇਨਫਾਈਨਾਈਟ ਪੋਪੂਲੇਸ਼ਨ ਕਹਿੰਦੇ ਹੈਗੇ। ਐਨੀ ਕਲੈਕਸ਼ਨ ਆਫ ਇੰਡੀਵਿਜੂਅਲਸ or of attributes or results of operation under study is called the population, ਉਹਨੂੰ ਆਪਾਂ ਕੀ ਕਹਿੰਦੇ ਆ population ਕਹਿੰਦੇ ਆ। ਜਦੋਂ ਵੀ ਆਪਾਂ ਕਿਸੇ ਵੀ ਤਰ੍ਹਾਂ ਦੀ ਕਲੈਕਸ਼ਨ ਕਰਦੇ ਹਾਂ, ਕਲੈਕਸ਼ਨ ਆਫ ਇੰਡੀਵਿਜੂਅਲਸ ਵਗੈਰਾ, that is called the population। clear? ਸੈਂਪਲ ਕੀ ਹੁੰਦਾ? a part of section selected from the population, ठीक है। पॉपूलेशन का एक छोटा जा स्मॉल सैक्शन या स्मॉल पार्ट और सबसैट ऑफ द पॉपूलेशन इज़ कॉल्ड द सैंपल, उन्होंने आप सैंपलिंग कह देंगे हैं। तो प्रोसैस ऑफ सिलैक्टिंग ए सैंपल, सैंपल नूं सिलैक्ट करने का जो प्रोसैस होंदा उन्होंने आप सैंपलिंग कह देंगे हैं। क्लीयर? याद रखना है पॉपूलेशन नूं हमेशा आप कैपिटल अल्फाबैट्स नाल जिहड़ा हैगा डिनोट करते हैं, कैपिटल इंग्लिश अल्फाबैट्स XYZ नाल डिनोट करते हैं, जबकि जो सैंपल होंदा उन्होंने आप स्मॉल अल्फाबैट्स दे विच डिनोट करते हैं। क्लीयर? तो अगे ही जो लिखिए होल पॉपूलेशन, द स्टडी ऑफ होल पॉपूलेशन मे बी टू मच टाइम कंज्यूमिंग एंड कॉस्टली। आप पूरी की पूरी पॉपूलेशन नूं स्टडी करना होवे तो ये बहुत ज़्यादा टाइम कंज्यूमिंग, बहुत टाइम भी लग जाएगा तो कॉस्टली भी है। तो वो वास्ते आप यूज़ करते हैं सैंपलिंग थ्योरी है जिहड़ा उन्हों यूज़ करते हैं। जिमें कि यूनिवर्सिटी सिलेबस ऑफ स्टैटिस्टिक्स इज़ द पॉपूलेशन एंड क्वेश्चन पेपर, ठीक है। तो जिमें कि यूनिवर्सिटी का जिहड़ा सिलेबस है वो अपने कोले की है स्टैट के सिलेबस की गल कर रहे हैं, यूनिवर्सिटी सिलेबस वो पॉपूलेशन है, तो जिहड़ा उहदा क्वेश्चन पेपर है वो की अपने को एक तरह का सैंपल है कि आप चैक करना चाहते हैं कि विच वी गैट ड्यूरिंग द एग्जामिनेशन इज़ ए सैंपल। तो यदा परपज़ की है क्वेश्चन पेपर के थ्रू आप चैक कर रहे हैं कि इज़ टू टेस्ट द नॉलेज ऑफ स्टूडेंट्स अबाउट द इंटायर सिलेबस, ठीक है। तो हुण जिवें देखो सिलेबस हुंदा है, सिलेबस तुहाडी कोई भी आह बुक है जिवें आही सपोज तुसीं मान लो कि कंप्यूटर ओरिएंटेड न्यूमैरिकल स्टैटिस्टिकल मैथड्स आ सारी दी सारी बुक है। हुण जे मैं तुहाडी नॉलेज चैक करनी है कि तुहानूं सारी दी सारी बुक जिहड़ी हैगी है वो आउंदी है या नहीं आउंदी हैगी, तो आए तां नहीं मैं कल्ली कल्ली चीज़ जिहड़ी हैगी तुहानूं पुछूंगी, एक एक लाइन तुहानूं पुछूंगी, नो ऐदा नहीं होंदा। उहदे वास्ते की है एक क्वेश्चन पेपर तैयार किया जाएगा ਜਾਂ ਵਿੱਚੋਂ ਵਿੱਚੋਂ मैं ਤੁਹਾਨੂੰ ओरली कुछ क्वेश्चनस पुट अप करूँगी, उस तो की ਤੁਹਾਨੂੰ क्लीयर होएगा, मैनू पता चलेगा कि तुसी किन्नी कुछ जिहड़ी हैगी उस बुक नूं पढ़िया है, उस चीज़ की ਤੁਹਾਨੂੰ नॉलेज, दैट इज़ द सैंपल। वो चीज़ सैंपल आ जाती है तो सिलेबस अपने को उस टाइम की बन जाता है, पॉपूलेशन बन जाता है। क्लीयर? तो नंबर ऑफ मैंबरस इन ए सैंपल जिन्ने नंबर ऑफ मैंबरस होंगे उन्होंने आप सैंपल साइज़ कहने, तो इनू स्मॉल एन नाल जिहड़ा हैगा डिनोट किया जाता है। सैंपल टेकन फ्रॉम इट रिप्रजेंटेड बाय एक्स नाल किया जाता है, पॉपूलेशन को कैपिटल एक्स नाल डिनोट किया जाता है। उस तो बाद आ जाती है सैंपलिंग। सैंपलिंग तुहानूं हुणे दस्सिया सी कि सैंपल नूं सिलैक्ट करने वास्ते जो प्रोसैस यूज़ किया जाता उन्होंने आप सैंपलिंग कहनी है। तो अपने को सैंपलिंग के मैथड्स है परपोजिव सैंपलिंग, रैंडम सैंपलिंग, सिस्टमैटिक सैंपलिंग है, स्ट्रैटिफाइड सैंपलिंग। सब तो पहला है परपोजिव सैंपलिंग। परपोजिव सैंपलिंग की होंदी है एक अजिही सैंपलिंग जिहड़ी किसी परपज़ वास्ते की जाती। द प्रोसैस ऑफ टेकिंग सैंपल
फ्रॉम ए पॉपूलेशन विद सम डेफिनेट परपज़, जिहदा कोई डेफिनेट परपज़ है उन्होंने आपां परपोजिव सैंपलिंग कहनी हैगी। ਇਹਦੀ एग्जाम्पल ਇਹਨਾਂ ने लिखी हुई है कि जिमें ਆਪਾਂ ने चेक करना है कि एक्स्ट्रा कोचिंग क्लासेस का बच्चों के उत्ते की इफेक्ट पैदा है ना, कि बच्चे जो एक्स्ट्रा ट्यूशनस लेंदे किसी भी सबजैक्ट नाल रिलेटेड उस चीज़ का उन्होंने एक्स्ट्रा क्लासेस का एक्स्ट्रा ट्यूशनस का बच्चों के उत्ते की इफेक्ट पैदा है। तो वो आपां की करते हैं कुछ बच्चों के जोड़े मार्क्स है उन्होंने आपां चूज़ कर लेने आ। पर नॉर्मली ये की हुंदा बेटा परपोजिव सैंपलिंग दे विच आपां जदों मार्क्स चूज़ करन लगते हैं तो आपां की करते हैं जिहड़े बच्चों के वधिया मार्क्स आए है वी मे टेक इंडिविजुअल इन द सैंपल द स्टूडेंट्स हू हैव गोट मैक्सीमम मार्क्स, ਜਿਹੜੇ ਵਧੀਆ ਨੰਬਰ ਲੈਂਦੇ ज़्यादा नंबर ਲੈਂਦੇ ਆ ਉਹਨਾਂ ਨੂੰ ਆਪਾਂ ਕੀ ਚੂਜ਼ ਕਰ ਲੈਣੇ ਤੇ ਇਗਨੋਰ ਕਰ ਦੇਣਾ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਦੇ ਘੱਟ ਨੰਬਰ ਹੈਗੇ। ਕਲੀਅਰ ਹੋਮ ਪਰਸੈਂਟੇਜ ਆਫ ਮਾਰਕਸ ਦੀ ਵੈਲਿਊ। ਤਾਂ ਇਸ ਤਰ੍ਹਾਂ ਦੀ ਸੈਂਪਲਿੰਗ ਦੇ ਵਿੱਚ ਕੀ ਹੈ ਇੱਕ ਫਾਲਟ ਆ ਜਾਂਦਾ ਹੈ ਦੈਟ ਇਜ਼ ਦਾ ਫੇਵਰੇਟਿਜ਼ਮ ਫੇਵਰੇਟਿਜ਼ਮ ਫਾਲਟ ਕੀ ਹੈਗਾ ਹੁਣ ਇਹ ਫੇਵਰ ਹੀ ਹੋ ਗਈ ਨਾ ਕਿ ਆਪਾਂ ਉਹਦੇ ਵਿੱਚੋਂ ਜਿਹੜੇ ਬੱਚਿਆਂ ਦੇ ਵਧੀਆ ਨੰਬਰ ਸੀ ਉਹਨਾਂ ਨੂੰ ਚੂਜ਼ ਕਰ ਲਿਆ, ਜਿਹੜੇ ਘਟੀਆ ਸੀ ਉਹਨਾਂ ਨੂੰ ਛੱਡ ਦਿੱਤਾ। ਤਾਂ ਇਹ ਸਹੀ ਸੈਂਪਲਿੰਗ ਨਹੀਂ ਹੁੰਦੀ, ਡਸ ਨਾਟ ਗਿਵ ਏ ਰਿਪਰੈਜ਼ੈਂਟੇਟਿਵ ਸੈਂਪਲ, ਕਿਉਂਕਿ ਸੈਂਪਲ ਦੇ ਵਿੱਚ ਦੋਨੋਂ ਤਰ੍ਹਾਂ ਦੇ ਹੋ ਸਕਦੇ, ਘਟੀਆ ਵੀ ਹੋ ਸਕਦੇ, ਵਧੀਆ ਵੀ ਹੋ ਸਕਦੇ। ਸੈਂਪਲ ਉਹ ਹੁੰਦਾ ਹੈ ਜਿਹਨੂੰ ਆਪਾਂ ਬਿਨਾਂ ਕਿਸੇ ਪਾਰਸ਼ੈਲਿਟੀ ਤੋਂ ਚੂਜ਼ ਕਰਦੇ ਹੈਗੇ। ਤਾਂ ਇਸ ਦੇ ਵਿੱਚ ਆਪਣੇ ਕੋਲ ਇਹ ਇੱਕ ਫਾਲਟ ਆ ਜਾਂਦਾ, ਉਸ ਦੇ ਵਾਸਤੇ ਆਪਾਂ ਨੇ ਕਿਹਾ ਨੈਕਸਟ ਰੈਂਡਮ ਸੈਂਪਲਿੰਗ ਬਣਾਈ। ਰੈਂਡਮ ਸੈਂਪਲਿੰਗ ਕੀ ਹੁੰਦਾ ਵਿਦਾਊਟ ਐਨੀ ਫੇਵਰੇਟਿਜ਼ਮ, ਇਹਦੇ ਵਿੱਚ ਕੋਈ ਫੇਵਰੇਟਿਜ਼ਮ ਨਹੀਂ ਕੀਤਾ ਜਾਂਦਾ ਗਾ ਸਿਲੈਕਸ਼ਨ ਦੇ ਵਿੱਚ, ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ ਰੈਂਡਮ ਸੈਂਪਲਿੰਗ ਕਹਿੰਦੇ ਹਾਂ। ਈਚ ਯੂਨਿਟ ਆਫ ਪਾਪੂਲੇਸ਼ਨ ਹੈਜ਼ ਐਨ ਇਕੁਅਲ ਚਾਂਸ ਆਫ ਬੀਇੰਗ ਇਨਕਲੂਡਡ, ਹਰੇਕ ਪਾਪੂਲੇਸ਼ਨ ਦੀ ਹਰੇਕ ਯੂਨਿਟ ਜਿਹੜੀ ਹੈਗੀ ਹੈ ਇਕੁਅਲੀ ਜਿਹੜੀ ਹੈਗੀ ਹੈ ਇਸ ਦੇ ਵਿੱਚ ਆ ਸਕਦੀ ਹੈ, ਮੀਨਸ ਕਿਸੇ ਤਰ੍ਹਾਂ ਦਾ ਕੋਈ ਫੇਵਰੇਟਿਜ਼ਮ ਨਹੀਂ ਕੀਤਾ ਜਾਂਦਾ। तो in order to avoid individual bias the selection is made with the help of random tables or some mechanical means like drawing of lottery, throw of a die और रूलेट व्हील वगैरह कोई भी यूज़ कर सकते हैं। ਹੁਣ ਇਹਦਾ ਮਤਲਬ ਕੀ ਹੈ ਕਿ ਇਕੁਅਲ ਰੈਂਡਮ ਸੈਂਪਲਿੰਗ ਕਿਸ ਤਰ੍ਹਾਂ ਹੁੰਦੀ ਹੈ ਬੇਟੇ, ਇਹਦੇ ਕਈ ਮੈਥਡਸ ਹੁੰਦੇ ਆ, ਜਿਵੇਂ ਲੋਟਰੀ ਸਿਸਟਮ ਹੁੰਦਾ ਹੈਗਾ ਤੁਹਾਨੂੰ ਪਤਾ ਨਾ, ਤਾਂ ਲੋਟਰੀ ਸਿਸਟਮ ਦੇ ਵਿੱਚ ਕੀ ਹੁੰਦਾ ਹੈਗਾ ਹਰੇਕ ਨੰਬਰ ਦੇ ਆਉਣ ਦੇ ਇਕੁਅਲ ਚਾਂਸ ਹੁੰਦੇ ਹੈਗੇ। ਤਾਂ ਉਹੀ ਚੀਜ਼ ਇੱਥੇ ਆ ਜਾਂਦੀ ਹੈਗੀ ਕਿ ਜਿਵੇਂ ਆਪਾਂ ਨੇ ਬੱਚੇ ਚੂਜ਼ ਕਰਨੇ ਆ, ਜਦੋਂ ਬੱਚੇ ਚੂਜ਼ ਕਰਨੇ ਆਪਾਂ ਨੇ ਕੀ ਕੀਤਾ ਗਾ ਸਾਰੇ ਬੱਚਿਆਂ ਦੇ ਨਾਮ ਇੱਕ ਪਰਚੀ ਅਲੱਗ-ਅਲੱਗ ਪਰਚੀਆਂ ਦੇ ਉੱਤੇ ਲਿਖ ਕੇ ਇੱਕ ਬਾਉਲ ਦੇ ਵਿੱਚ ਇਕੱਠਾ ਕਰ ਲਿਆ, ਠੀਕ ਹੈ। ਹੁਣ ਉਹ ਬਾਉਲ ਦੇ ਵਿੱਚ ਹਰੇਕ ਕਿਸੇ ਵੀ ਬੱਚੇ ਦੀ ਪਰਚੀ ਆ ਸਕਦੀ ਹੈ, ਉਸ 'ਚ ਕੋਈ ਫੇਵਰੇਟਿਜ਼ਮ ਨਹੀਂ ਨਾ ਹੋਏਗਾ ਕਿ ਆਪਾਂ ਨੇ ਇਹਨਾਂ ਬੱਚਿਆਂ ਦੇ ਹੀ ਜਦੋਂ ਆਪਾਂ ਨਾਮ ਦੇਖ ਕੇ ਚੂਜ਼ ਕਰਦੇ ਹਾਂ ਉਦੋਂ ਤਾਂ ਆਪਾਂ ਫੇਵਰ ਕਰ ਜਾਂਦੇ ਕਿ ਆਪਾਂ ਆਹ ਬੱਚੇ ਚੂਜ਼ ਕਰਦੇ ਹਾਂ। ਪਰ ਇਹਦੇ ਵਿੱਚ ਕਿ ਜਦੋਂ ਬਾਉਲ ਦੇ ਵਿੱਚ ਸਾਰੇ ਬੱਚਿਆਂ ਦੀਆਂ ਪਰਚੀਆਂ ਪਾਈਆਂ ਹੋਈਆਂ ਤਾਂ ਕਿਸੇ ਵੀ ਬੱਚੇ ਦਾ ਨਾਮ ਆ ਸਕਦਾ ਹੈ, ਤਾਂ ਉਹਨੂੰ ਆਪਾਂ ਰੈਂਡਮ ਸੈਂਪਲਿੰਗ ਕਹਿੰਦੇ ਹੈਗੇ। ਇਹਦੇ ਵਾਸਤੇ ਅਲੱਗ-ਅਲੱਗ ਮੈਥਡਸ ਹੁੰਦੇ ਆ, ਜਿਵੇਂ ਕਿ ਲੋਟਰੀ, ਡਰਾਇੰਗ ਆਫ ਲੋਟਰੀ, ਥਰੋ ਆਫ ਏ ਡਾਈ, ਜਿਵੇਂ ਕਿ ਆਪਾਂ ਡਾਈ ਸਿੱਟਦੇ ਹੈਗੇ ਹੈ ਨਾ, ਡਾਈਸ ਤੁਹਾਨੂੰ ਪਤਾ ਹੈ, ਤਾਂ ਉਹਦੇ ਵਿੱਚ ਵੀ ਕਿਸੇ ਵੀ ਬੱਚੇ ਦਾ ਨਾਮ ਕੋਈ ਵੀ ਨੰਬਰ ਆ ਸਕਦਾ ਹੈ ਨਾ, ਜਾਂ ਰੂਲੇਟ ਵੀਲ, ਠੀਕ ਹੈ, ਜਿਹੜਾ ਘੁੰਮਣ ਵਾਲਾ ਵੀਲ ਹੁੰਦਾ ਹੈਗਾ ਉਹਨੂੰ ਯੂਜ਼ ਕਰ ਸਕਦੇ। ਇਸ ਤਰ੍ਹਾਂ ਡਿਫਰੈਂਟ ਇਹਦੇ ਮੈਥਡਸ ਹੈ। ਨੈਕਸਟ ਆ ਜਾਂਦਾ ਹੈ ਸਿੰਪਲ ਸੈਂਪਲਿੰਗ। ਸਿੰਪਲ ਸੈਂਪਲਿੰਗ 'ਚ ਕੀ ਹੁੰਦਾ ਹੈਗਾ ਇਜ਼ ਏ ਪਰਟੀਕੂਲਰ ਕੇਸ ਆਫ ਰੈਂਡਮ ਸੈਂਪਲਿੰਗ ਇਨ ਵਿਚ ਚਾਂਸ ਆਫ ਸਿਲੈਕਸ਼ਨ ਆਫ ਮੈਂਬਰ ਸਿਲੈਕਸ਼ਨ ਮੇਡ ਵਿਦ ਦਾ ਹੈਲਪ ਆਫ ਡਾਈਸ ਔਰ ਟੋਸਿੰਗ ਆਫ ਏ ਕੋਇਨ। ਇਹਦੇ ਵਿੱਚ ਵੀ ਕਿਆ ਹਰੇਕ ਬੱਚੇ ਦੇ ਚਾਂਸ ਜਿਹੜੇ ਹੁੰਦੇ ਹੈਗੇ ਪ੍ਰੀਵੀਅਸ ਸਿਲੈਕਸ਼ਨ 'ਤੇ ਡਿਪੈਂਡ ਕਰਦਾ ਹੈਗਾ, ਜਿਵੇਂ ਕਿ ਇਨ ਵਿੱਚ ਸਿੰਪਲ ਸੈਂਪਲਿੰਗ ਵੀ ਮੀਨ ਰੈਂਡਮ ਸੈਂਪਲਿੰਗ ਇਨ ਵਿੱਚ ਈਚ ਇਵੈਂਟ ਹੈਜ਼ ਦਾ ਸੇਮ ਚਾਂਸ, ਹਰੇਕ ਬੱਚੇ ਦੇ ਆਉਣ ਦੇ ਕਿ ਸੇਮ ਚਾਂਸ ਹੁੰਦੇ। ਇਹਦੇ ਵਿੱਚ ਵੀ ਇਹੀ ਚੀਜ਼ ਹੈਗੀ ਕਿ ਉਹ ਮੈਂਬਰ ਕਿ ਜੋ ਵੀ ਆਪਾਂ ਯੂਜ਼ ਕਰ ਰਹੇ ਹਾਂ ਚਾਂਸਿਸ ਆਫ ਸਕਸੈਸ ਆਫ ਡਿਫਰੈਂਟ ਇਵੈਂਟ, ਜਿਵੇਂ ਕਿ ਡਾਈਸ ਦੇ ਵਿੱਚ ਪ੍ਰੋਬੇਬਿਲਿਟੀ ਬੇਟਾ ਪੜ੍ਹੀ ਸੀਗੀ, ਪ੍ਰੋਬੇਬਿਲਿਟੀ ਦੇ ਵਿੱਚ ਕੀ ਹੁੰਦਾ ਜਦੋਂ ਆਪਾਂ ਡਾਈ ਸਿੱਟਦੇ ਹਾਂ ਹਰੇਕ ਬੱਚੇ ਦੇ ਆਉਣ ਦੇ ਇਕੁਅਲ ਚਾਂਸਿਸ ਹੁੰਦੇ ਆ, ਉਹੀ ਚੀਜ਼ ਇਹਦੇ ਵਿੱਚ ਹੈ। ਇਹਦੇ ਵਿੱਚ ਵੀ ਸਿੰਪਲੀ ਆਪਾਂ ਕੀ ਕਰ ਸਕਦੇ ਹਾਂ ਹਰੇਕ ਬੱਚੇ ਨੂੰ ਆਉਣ ਦੇ ਇਕੁਅਲ ਚਾਂਸ ਦਿੰਦੇ ਹੈਗੇ, ਠੀਕ ਹੈ, ਟਰਾਇਲਸ ਦੇ ਉੱਤੇ ਡਿਪੈਂਡ ਕਰ। ਨੈਕਸਟ ਆਪਣੇ ਕੋਲ ਹੁੰਦੇ ਸਟ੍ਰੈਟੀਫਾਈਡ ਸੈਂਪਲਿੰਗ। ਸਟ੍ਰੈਟੀਫਾਈਡ ਸੈਂਪਲਿੰਗ ਦੇ ਵਿੱਚ ਕੀ ਹੁੰਦਾ ਹੈਗਾ ਜੋ ਵੀ ਪੋਪੂਲੇਸ਼ਨ ਹੈ ਉਹਨੂੰ ਆਪਾਂ ਕੀ ਕਰਦੇ ਹਾਂ ਗਰੁੱਪਸ ਦੇ ਵਿੱਚ ਡਿਵਾਈਡ ਕਰ ਲੈਂਦੇ ਹਾਂ। ਗਰੁੱਪਸ ਨੂੰ ਆਪਾਂ ਇਹਦੇ ਵਿੱਚ ਸਟ੍ਰੈਟਾ ਵਰਡ ਨਾਲ ਯੂਜ਼ ਕਰਦੇ ਹਾਂ, ਤਾਂ ਹੀ ਇਹਨੂੰ ਸਟ੍ਰੈਟੀਫਾਈਡ ਸੈਂਪਲਿੰਗ ਕਹਿੰਦੇ ਹੈਗੇ।
ਇਹਦੇ ਵਿੱਚ ਜੋ ਵੀ ਪੋਪੂਲੇਸ਼ਨ ਹੈ, ਹੁਣ ਦੇਖੋ ਆਪਾਂ ਕਿਸੇ ਏਰੀਏ ਦੇ ਵਿੱਚ ਗਏ ਹੈ ਨਾ, ਕਿਸੇ ਸਿਟੀ ਦੇ ਵਿੱਚ, ਸਪੋਜ਼ ਕਿਸੇ ਸਿਟੀ ਦੇ ਵਿੱਚ ਕਿਸੇ ਇੱਕ ਸਿਟੀ ਨੂੰ ਆਪਾਂ ਲੈ ਲਿਆ, ਸਪੋਜ਼ ਲੁਧਿਆਣਾ ਸਿਟੀ ਲੈ ਲਈ ਹੈ ਨਾ। ਲੁਧਿਆਣਾ ਸਿਟੀ ਦੇ ਸਾਰੇ ਲੋਕਾਂ ਦੇ ਉੱਤੇ ਆਪਾਂ ਨੇ ਕੀ ਕਰਨਾ ਹੈਗਾ, ਉਹਨਾਂ ਦੀ ਇਨਕਮ ਜਿਹੜੀ ਹੈਗੀ ਉਹਦੇ ਉੱਤੇ ਆਪਾਂ ਜਿਹੜੇ ਹੈਗੇ ਡਿਸਕਸ਼ਨ ਕਰ ਰਹੇ ਹੈਗੇ, ਇਨਕਮ ਚੈੱਕ ਕਰਨੀ ਹੈ। ਹੁਣ ਜਿਹੜੀ ਸਿਟੀ ਹੈ, ਆਪਾਂ ਨੂੰ ਪਤਾ ਸਿਟੀ ਦੇ ਵਿੱਚ ਹਰ ਤਰ੍ਹਾਂ ਦਾ ਬੰਦਾ ਰਹਿੰਦਾ ਹੈਗਾ, ਉਹਦੇ ਵਿੱਚ ਗਰੀਬ ਜਿਹੜੇ ਹੈਗੇ ਸਲਮ ਏਰੀਆਜ਼ ਦੇ ਵਿੱਚ ਵੀ ਲੋਕ ਰਹਿੰਦੇ ਹੈ, ਮਿਡਲ ਕਲਾਸ ਫੈਮਲੀਜ਼ ਵੀ ਰਹਿੰਦੀਆਂ ਅਤੇ ਰਿਚ ਫੈਮਲੀਜ਼ ਵੀ ਰਹਿੰਦੀਆਂ। ਜੇ ਆਪਾਂ ਕੀ ਕਰੀਏ, ਸਾਰਿਆਂ ਨੂੰ ਇਕੱਠਾ ਕਰ ਲਈਏ ਤਾਂ ਹੋ ਸਕਦਾ ਕਿਸੇ ਇੱਕ ਏਰੀਆ ਦੇ ਜ਼ਿਆਦਾ ਲੋਕ ਆ ਜਾਣ ਅਤੇ ਉਸ ਚੀਜ਼ ਦਾ ਇਫੈਕਟ ਆਪਣੀ ਥਿਊਰੀ ਦੇ ਉੱਤੇ ਪੈ ਜਾਵੇ। ਤਾਂ ਇਸ ਵਾਸਤੇ ਆਪਾਂ ਕੀ ਕਰਦੇ ਹੈਗੇ, ਉਹਨਾਂ ਨੂੰ ਕਰਦੇ ਹਾਂ ਗਰੁੱਪਸ ਦੇ ਵਿੱਚ ਡਿਵਾਈਡ ਕਰ ਲੈਂਦੇ ਹਾਂ ਕਿ ਆਹ ਸਲਮ ਏਰੀਆਜ਼ ਦੇ ਲੋਕ ਹੈ, ਇਹ ਮਿਡਲ ਕਲਾਸ ਫੈਮਲੀਜ਼ ਆ, ਆਹ ਰਿਚ ਏਰੀਆਜ਼ ਦੇ ਜਿਹੜੇ ਲੋਕ ਹੈ, ਠੀਕ ਹੈ। ਇਹਨਾਂ ਨੂੰ ਗਰੁੱਪਸ ਦੇ ਵਿੱਚ ਡਿਵਾਈਡ ਕਰ ਲਿਆ ਅਤੇ ਉਸ ਦੇ ਅਕੋਰਡਿੰਗ ਜੋ ਆਪਣੇ ਕੋਲੇ ਹੈਗਾ ਰਿਜ਼ਲਟ ਆਏਗਾ, ਡਾਟਾ ਆਏਗਾ, ਉਸ ਤੋਂ ਆਪਾਂ ਆਪਣਾ ਥਿਊਰੀਜ਼ ਦੇ ਰਿਜ਼ਲਟ ਕੱਢਦੇ ਹਾਂ। ਕਲੀਅਰ? ਤਾਂ ਇਹਨੂੰ ਆਪਾਂ ਸਟ੍ਰੈਟੀਫਾਈਡ ਸੈਂਪਲਿੰਗ ਕਹਿੰਦੇ ਹਾਂ। ਇੱਥੇ ਲਿਖਿਆ ਹੋਇਆ ਬੇਟਾ, ਇਹਨੂੰ ਰੀਡ ਕਰ ਲਿਓ ਤੁਸੀਂ। ਉਸ ਤੋਂ ਬਾਅਦ ਆਪਣੇ ਕੋਲ ਮੈਥਡਸ ਆਫ ਸੈਂਪਲਿੰਗ ਆ ਜਾਂਦੇ ਆ, ਸੈਂਪਲਿੰਗ ਵਿਦ ਰਿਪਲੇਸਮੈਂਟ ਐਂਡ ਸੈਂਪਲਿੰਗ ਵਿਦਾਊਟ ਰਿਪਲੇਸਮੈਂਟ। ਇਹ ਸਿੰਪਲ ਹੀ ਹੈਗੀ। ਵਿਦ ਰਿਪਲੇਸਮੈਂਟ ਦਾ ਮਤਲਬ ਕੀ ਹੁੰਦਾ ਹੈਗਾ ਕਿ ਕੋਈ ਵੀ ਚੀਜ਼ ਹੈ, ਜਦੋਂ ਆਪਾਂ ਕੋਈ ਵੀ ਮੀਨਸ ਯੂਨਿਟ ਹੈ, ਸੈਂਪਲਿੰਗ ਦੇ ਵਿੱਚ ਕੋਈ ਯੂਨਿਟ ਹੈ, ਵਿਦ ਰਿਪਲੇਸਮੈਂਟ ਦਾ ਮਤਲਬ ਕੀ ਹੈ, ਵਾਪਸ ਜਦੋਂ ਆਪਾਂ ਦੂਸਰਾ ਯੂਨਿਟ ਚੂਜ਼ ਕਰਦੇ ਹਾਂ ਤਾਂ ਪਹਿਲਾ ਵਾਲਾ ਯੂਨਿਟ ਜਿਹੜਾ ਸਿਲੈਕਟ ਹੋਇਆ ਸੀਗਾ ਉਹਨੂੰ ਵਾਪਸ ਆਪਾਂ ਬਾਉਲ ਦੇ ਵਿੱਚ ਪਾ ਦਿੱਤਾ। ਹੁਣ ਜਿਵੇਂ ਬਾਉਲ ਦੇ ਵਿੱਚ ਆਪਾਂ ਰੈਂਡਮ ਸੈਂਪਲਿੰਗ ਕਰ ਰਹੇ ਹਾਂ, ਸਪੋਜ਼ ਬਾਉਲ ਦੇ ਵਿੱਚ ਸਾਰੇ ਬੱਚਿਆਂ ਦੇ ਨਾਮ ਪਾਏ ਹੋਏ ਹੈਗੇ ਪਰਚੀਆਂ, ਤਾਂ ਆਪਾਂ ਉਹਦੇ ਵਿੱਚੋਂ ਇੱਕ ਪਰਚੀ ਕੱਢੇਗੀ, ਠੀਕ ਹੈ। ਬੱਚਾ ਸਿਲੈਕਟ ਹੋ ਗਿਆ ਗਾ ਪਹਿਲੀ ਵਾਰੀ ਦੇ ਵਿੱਚ ਵੀ, ਅਤੇ ਫਿਰ ਆਪਾਂ ਜਦੋਂ ਹੁਣ ਦੂਜੀ ਪਰਚੀ ਕੱਢਣੀ ਆ, ਆਪਾਂ ਕੀ ਕੀਤਾ, ਵਾਪਸ ਉਹ ਪਰਚੀ ਵਿੱਚ ਹੀ ਪਾ ਦਿੱਤੀ ਗਈ, ਠੀਕ ਹੈ। ਐਂ ਨਹੀਂ ਹੈਗਾ ਗਾ ਕਿ ਉਹ ਬਾਹਰ ਨਿਕਲ ਗਈ। ਜੇ ਉਹ ਬਾਹਰ ਨਿਕਲ ਗਈ ਅਤੇ ਬਾਕੀ ਰਿਮੇਨਿੰਗ ਦੇ ਵਿੱਚੋਂ ਆਪਾਂ ਕੱਢ ਰਹੇ ਹਾਂ ਤਾਂ ਉਹਨੂੰ ਆਪਾਂ ਕੀ ਕਹਿੰਦੇ ਹਾਂ, ਵਿਦਾਊਟ ਰਿਪਲੇਸਮੈਂਟ ਕਹਿੰਦੇ ਹੈਗੇ। ਮੀਨਸ ਉਸ 'ਚ ਕੋਈ ਰਿਪਲੇਸਮੈਂਟ ਨਹੀਂ ਹੋਈ ਹੈਗੀ। ਜੋ ਇੱਕ ਵਾਰੀ ਸਿਲੈਕਟ ਹੋ ਗਿਆ ਉਹ ਬਾਹਰ ਨਿਕਲ ਗਿਆ, ਫਿਰ ਜੋ ਦੂਜੀ ਵਾਰੀ ਸਿਲੈਕਟ ਹੋਇਆ ਉਹ ਵੀ ਬਾਹਰ ਨਿਕਲ ਗਿਆ। ਮੀਨਸ ਜੋ ਰਿਮੇਨਿੰਗ ਰਹਿ ਜਾਣਗੇ ਉਹਨਾਂ 'ਚੋਂ ਚੂਜ਼ ਕਰਾਂਗੇ। ਇੱਥੇ ਕੋਈ ਰਿਪਲੇਸਮੈਂਟ ਨਹੀਂ ਹੋਈ। ਰਿਪਲੇਸਮੈਂਟ 'ਚ ਕੀ ਹੁੰਦਾ ਹੈਗਾ, ਜਦੋਂ ਆਪਾਂ ਪਰਚੀ ਪਾ ਦਿੱਤੀ ਗਈ, ਬੱਚਾ ਸਿਲੈਕਟ ਹੋ ਗਿਆ ਗਾ, ਉਹਨੂੰ ਦੁਬਾਰਾ ਫਿਰ ਵਿੱਚ ਪਾਤਾ ਗਾ, ਹੋ ਸਕਦਾ ਉਹ ਦੁਬਾਰਾ ਵੀ ਉਹਦੇ ਚਾਂਸ ਬਣ ਜਾਣ, ਠੀਕ ਹੈ। ਤਾਂ ਇਸ ਤਰੀਕੇ ਨਾਲ ਜਿਹੜਾ ਹੈਗਾ ਵਿਦ ਰਿਪਲੇਸਮੈਂਟ ਅਤੇ ਜਿਹੜਾ ਹੈਗਾ ਵਿਦਾਊਟ ਰਿਪਲੇਸਮੈਂਟ, ਇਹਨੂੰ ਆਪਾਂ ਯੂਜ਼ ਕੀਤਾ ਜਾਂਦਾ। ਉਸ ਤੋਂ ਬਾਅਦ ਪੈਰਾਮੀਟਰ ਐਂਡ ਸਟੈਟਿਸਟਿਕ ਆ ਜਾਂਦਾ ਹੈਗਾ ਆਪਣੇ ਕੋਲ। ਇਹ ਕੀ ਹੁੰਦਾ ਹੈਗਾ, ਪੈਰਾਮੀਟਰ ਐਂਡ ਯੂਜ਼ ਜਸਟ ਵਰਡ ਦਾ ਵਰਬਲ ਕਨਫਿਊਜ਼ਨ ਅਬਾਊਟ ਦਾ ਸਟੈਟਿਸਟੀਕਲ ਕੌਨਸਟੈਂਟ। ਸਟੈਟਿਸਟੀਕਲ ਕੌਨਸਟੈਂਟਸ ਕੀ ਹੁੰਦੇ ਆ, ਦੇਖੋ ਦੋ ਤਰ੍ਹਾਂ ਦੇ ਇਹਦੇ ਵਿੱਚ ਕੀ ਹੈਗਾ, ਪੋਪੂਲੇਸ਼ਨ ਵਾਸਤੇ, ਠੀਕ ਹੈ, ਯੂਜ਼ ਕਰਾਂਗੇ, ਇੱਕ ਆਪਾਂ ਸੈਂਪਲ ਵਾਸਤੇ ਯੂਜ਼ ਕਰਾਂਗੇ। ਜੋ ਪੋਪੂਲੇਸ਼ਨ ਵਾਸਤੇ ਆਪਾਂ ਯੂਜ਼ ਕਰਦੇ ਹਾਂ, ਸਟੈਟਿਸਟੀਕਲ ਕੌਨਸਟੈਂਟਸ ਫॉर ਪੋਪੂਲੇਸ਼ਨ ਯੂਜ਼ ਕਰਦੇ ਹਾਂ, ਉਹਨਾਂ ਨੂੰ ਆਪਾਂ ਕੀ ਕਹਿੰਦੇ ਹੈਗੇ, ਟਰਮਡ ਐਜ਼ ਦਾ ਪੈਰਾਮੀਟਰ। ਉਹਨਾਂ ਨੂੰ ਪੈਰਾਮੀਟਰ ਕਿਹਾ ਜਾਂਦਾ ਹੈ। ਜਿਹੜੇ ਸੈਂਪਲ ਵਾਸਤੇ ਯੂਜ਼ ਕੀਤੇ ਜਾਂਦੇ ਸਟੈਟਿਸਟੀਕਲ ਕੌਨਸਟੈਂਟ ਵਿਦ ਰਿਲੇਟਡ ਟੂ ਸੈਂਪਲ, ਉਹਨਾਂ ਨੂੰ ਆਪਾਂ ਸਟੈਟਿਸਟਿਕ ਕਹਿੰਦੇ ਹਾਂ। ਜਿਵੇਂ ਕਿ ਪੋਪੂਲੇਸ਼ਨ ਮੀਨ, ਠੀਕ ਹੈ, ਮਿਊ, ਪੋਪੂਲੇਸ਼ਨ ਸਟੈਂਡਰਡ ਡੇਵੀਏਸ਼ਨ ਸਿਗਮਾ, ਪੋਪੂਲੇਸ਼ਨ ਵੇਰੀਐਂਸ ਸਿਗਮਾ ਸਕੁਅਰ, ਠੀਕ ਹੈ। ਸੇਮ ਆਪਾਂ ਯੂਜ਼ ਕਰਾਂਗੇ ਸੈਂਪਲ ਵਾਸਤੇ, ਬਟ ਉਹਨਾਂ ਦੀਆਂ ਨੋਟੇਸ਼ਨਸ ਚੇਂਜ ਹੋਣਗੀਆਂ। ਜਿਵੇਂ ਕਿ ਪੋਪੂਲੇਸ਼ਨ ਮੀਨ, ਇਹਦੇ ਵਿੱਚ ਐਕਸ ਦੇ ਉੱਤੇ ਬਾਰ ਹੈ, ਇੱਥੇ ਮਿਊ ਨਾਲ ਡਿਨੋਟ। ਸਟੈਂਡਰਡ ਡੇਵੀਏਸ਼ਨ ਸਿਗਮਾ ਨਾਲ ਸੀ, ਇੱਥੇ ਐਸ ਨਾਲ ਕਰਦੀ। ਸੈਂਪਲ ਵੇਰੀਐਂਸ ਹੈ, ਸਿਗਮਾ ਸਕੁਅਰ ਸੀ, ਇੱਥੇ ਐਸ। ਇਸ ਤਰੀਕੇ ਨਾਲ ਆਪਾਂ ਇਹ ਕਰਦੇ ਹਾਂ। ਇੱਥੇ ਨਾਲ ਚਾਰਟ ਵੀ ਬਣਿਆ ਹੋਇਆ ਹੈਗਾ। ਪੈਰਾਮੀਟਰ ਪੋਪੂਲੇਸ਼ਨ ਵਾਸਤੇ ਜਿਹੜੇ ਆਪਾਂ ਮੀਨਸ, ਜਦੋਂ ਪੋਪੂਲੇਸ਼ਨ ਦਾ ਤੁਸੀਂ ਮੀਨ ਸਟੈਂਡਰਡ ਡੇਵੀਏਸ਼ਨ ਕਰਨਾ, ਉਦੋਂ ਤੁਸੀਂ ਆਹ ਵਾਲੀਆਂ ਨੋਟੇਸ਼ਨ ਯੂਜ਼ ਕਰਨੀਆਂ। ਜਦੋਂ ਤੁਸੀਂ ਸੈਂਪਲ ਦਾ ਕਰਨਾ, ਉਦੋਂ ਤੁਸੀਂ ਆਹ ਵਾਲੀਆਂ ਨੋਟੇਸ਼ਨ, ਮੀਨ, ਸਟੈਂਡਰਡ ਡੇਵੀਏਸ਼ਨ, ਵੇਰੀਐਂਸ, ਕਿਊਨੈਸ, ਮੂਵਮੈਂਟਸ, ਕੋਰਿਲੇਸ਼ਨ, ਪ੍ਰਪੋਰਸ਼ਨ ਆਫ ਸਕਸੈਸ, ਠੀਕ ਹੈ, ਕੈਪੀਟਲ ਪੀ, ਸਮੋਲ ਪੀ, ਕਲੀਅਰ। ਇਸ ਤਰੀਕੇ ਨਾਲ ਜਿਹੜਾ ਹੈਗਾ ਇਹਨਾਂ ਦੋਨਾਂ ਦੇ ਜਿਹੜੇ ਕੌਨਸਟੈਂਟਸ ਉਹ ਡਿਫਰੈਂਟ ਹੈ। ਉਸ ਤੋਂ ਬਾਅਦ ਸੈਂਪਲਿੰਗ ਡਿਸਟ੍ਰੀਬਿਊਸ਼ਨ ਆਪਾਂ ਅੱਗੇ ਕਰਦੇ ਹਾਂ, ਨੈਕਸਟ ਲੈਕਚਰ 'ਚ ਕਰਾਂਗੇ। ਥੈਂਕ ਯੂ।